ਪਹਿਲੀ ਵੱਡੀ ਖਬਰ। ਪਿਛਲੇ ਹਫ਼ਤਿਆਂ ਵਿੱਚ ਫਿਰ ਡੀਜੀਪੀ ਬਦਲ ਕੇ ਨਵਾਂ ਕਾਰਜਕਾਰੀ ਡੀਜੀਪੀ ਬਣਾਇਆ ਗਿਆ। ਮੌਜੂਦਾ ਕਾਂਗਰਸੀ ਸਰਕਾਰ ਵੱਲੋਂ ਡੀਜੀਪੀ ਆਈਪੀਐਸ ਸਹੂਲਤਾਂ ਨੂੰ ਗਿਣਤੀ ਦੇ ਦਿਨਾਂ ਵਿੱਚ ਹੀ ਹਟਾ ਕੇ ਉਹਨਾਂ ਦੀ ਥਾਂ ਸਿਧਾਰਥ ਚੱਟੋਪਾਧਿਆਏ ਨੂੰ ਨਵਾਂ ਕਾਰਜਕਾਰੀ ਡੀਜੀਪੀ ਬਣਾਇਆ ਗਿਆ। ਪੱਕਾ ਡੀਜੀਪੀ ਮਿਲਣ 'ਤੇ ਉਹਨਾਂ ਦਾ ਵੀ ਜਾਣਾ ਤੈਅ ਲੱਗਦਾ ਹੈ। ਸਰਕਾਰਾਂ ਕਾਨੂੰਨ ਸੰਮਤ ਚੱਲਣ ਦੀ ਥਾਂ ਆਪਣੀ ਮਰਜ਼ੀ ਦਾ ਅਫਸਰ ਨਿਯੁਕਤ ਕਰਦੀਆਂ ਹਨ। ਪੁਲਿਸ ਦੇ ਮੋਰਲ ਨੂੰ ਸੁੱਟਣ ਅਤੇ ਗੁੱਟਬਾਜ਼ੀ ਵਧਾਉਣ ਦਾ ਕੰਮ ਇਸ ਨਾਲ ਹੁੰਦਾ ਹੈ। ਲੋਕਾਂ ਵਿੱਚ ਪੁਲਿਸ ਦੀ ਬਿਨਾਂ ਵਜ੍ਹਾ ਹੀ ਕ੍ਰੈਡੀਬਿਲਿਟੀ ਘਟਦੀ ਹੈ। ਲੋਕਾਂ ਵਿੱਚ ਇਹ ਸੰਦੇਸ਼ ਬੜੀ ਪ੍ਰਬਲਤਾ ਨਾਲ ਜਾਂਦਾ ਹੈ ਕਿ ਪੁਲਿਸ ਨਿਰਪੱਖ ਤੇ ਕਾਨੂੰਨ ਸੰਮਤ ਚੱਲਣ ਦੀ ਥਾਂ ਆਪਣੇ ਰਾਜਨੀਤਿਕ ਅਕਾਵਾਂ ਨੂੰ ਖੁਸ਼ ਕਰਨ ਲਈ ਕੰਮ ਕਰਦੀ ਹੈ। ਅਗਲੀ ਖਬਰ ਇਸ ਦੀ ਪ੍ਰੋੜਤਾ ਕਰ ਦਿੰਦੀ ਹੈ। ਪਿਛਲੀ ਅਕਾਲੀ ਸਰਕਾਰ ਵਿੱਚ ਨੰਬਰ 2 ਦੀ ਪੋਜੀਸ਼ਨ ਰੱਖਣ ਵਾਲੇ ਮਜੀਠੇ ਹਲਕੇ ਦੇ ਐਮਐਲਏ ਅਤੇ ਡਿਪਟੀ ਸੀਐਮ ਰਹੇ ਸੁਖਬੀਰ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਨਸ਼ੇ ਸੰਬੰਧੀ 27A ਧਾਰਾ ਵਿੱਚ ਕੇਸ ਦਰਜ ਕਰ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਹਨਾਂ ਦੀ ਅਦਾਲਤ ਵੱਲੋਂ ਅਗਾਊ ਜ਼ਮਾਨਤ ਖਾਰਜ ਕਰ ਦਿੱਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੁਣੋ ਕੀ ਕਿਹਾ ਜਾ ਰਿਹਾ ਹੈ। ਕਿਉਂਕਿ ਝੂਠ ਹੁੰਦਾ, ਜਾਲੀ ਕੇਸ ਕੋਈ ਕਰਨ ਨੂੰ ਤਿਆਰ ਨਹੀਂ ਹੈ ਤੇ ਉਹ ਜਾਲੀ ਕੇਸ ਬਣਾਉਣਾ ਚਾਹੁੰਦੇ ਆ। ਤੋ ਇਸ ਕਰਕੇ ਜਿਹੜਾ ਅਫਸਰ ਨਹੀਂ ਮੰਨਦਾ ਉਹ ਬਦਲ ਦਿੰਦੇ ਆ। ਹਾਲੇ ਪਤਾ ਨਹੀਂ 2-3 ਦਿਨ ਬਾਅਦ 2-3 ਹੋਰ ਬਦਲੇ ਜਾਣਗੇ, ਡੀਜੀਪੀ ਨਵੇਂ ਲੱਗੇ ਜਾਣਗੇ। ਅਫਸਰ ਨੇ ਇਹਨਾਂ ਨੂੰ ਮੰਨ ਲਿਆ ਕਿ ਹੁਣ ਸਰਕਾਰ ਡਸ ਨਾਟ ਐਗਜ਼ਿਸਟ, ਕਿਉਂਕਿ ਆ ਚਾਹੁੰਦੇ ਆ ਕਿ ਗਲਤ ਕੰਮ ਕੋਈ ਕਰਨ ਨੂੰ ਤਿਆਰ ਨਹੀਂ। ਸੋ ਸੋਚਦੇ ਕਿ ਮੈਂ ਬਦਲਾ ਕੇ ਗਲਤ ਕੰਮ ਕਰਾ ਲਾਂਗੇ। ਪਰ ਜਿਹਨੂੰ ਨਵੇਂ ਲਾਉਂਦੇ ਆ ਉਹ ਵੀ ਕਹਿੰਦਾ ਮੈਂ ਨਹੀਂ ਕਰਨਾ ਗਲਤ ਕੰਮ। ਸੋ ਆ ਜਿਹੜੀ ਹੁਣ ਸਰਕਾਰ ਹੈ 10 ਦਿਨ, ਮੈਂ ਇੰਨਾ ਕਹਿਣਾ ਚਾਹੁੰਦਾ ਪ੍ਰਮਾਤਮਾ ਮੇਰੇ ਕੇ ਸਾਡੀ ਸਰਕਾਰ ਹੋਗੀ। ਪਿਛਲੇ 3 ਮਹੀਨੇ ਦੇ ਸਾਰੇ ਉਹਨਾਂ ਦੇ ਜਿਹੜੇ ਇਨਕੁਆਇਰੀ ਕੀਤੀ ਜਾਊਗੀ ਜੋ ਹਰ ਫੈਸਲੇ ਦੀ, ਕਿਉਂਕਿ ਇਹਨਾਂ 3 ਮਹੀਨੇ 'ਚ ਇੰਨੇ ਘਪਲੇ ਕੀਤੇ ਇਹਨਾਂ ਨੇ। ਤੇ ਜਿੰਨੇ ਮੈਂ ਅਫਸਰ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਇਲੀਗਲ ਹੋਏ, ਕਿਉਂਕਿ ਜੇ ਕਰਤਾ ਤੁਸੀਂ ਯੂ ਵਿਲ ਬੀ ਪਾਰਟ ਆਫ ਦ ਕ੍ਰਾਈਮ ਐਂਡ ਵੀ ਵਿਲ ਇਨਵੈਸਟੀਗੇਟ ਐਵਰੀਥਿੰਗ। ਇਹ ਉਮੀਦ ਤਾਂ ਨਹੀਂ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇਗਾ। ਇਸ ਕਾਰਵਾਈ ਵਿੱਚ ਰਾਜਨੀਤਿਕ ਬਦਲਾਖੋਰੀ ਜ਼ਿਆਦਾ ਨਜ਼ਰ ਆਉਂਦੀ ਹੈ। ਜੇ ਕਿਸੇ ਤਰ੍ਹਾਂ ਉਹ ਇਹਨਾਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਦੋਸ਼ੀ ਲੱਗਦੇ ਸਨ ਤਾਂ ਪਿਛਲੀ ਕਾਂਗਰਸੀ ਹਕੂਮਤ ਸਮੇਂ ਆਪਣੀ ਸਰਕਾਰ 'ਤੇ ਦਬਾਅ ਪਾ ਕੇ ਉਹ ਉਹਨਾਂ ਖਿਲਾਫ ਕੇਸ ਜਾਂ ਕਾਰਵਾਈ ਪੂਰੀ ਕਰਵਾ ਸਕਦੇ ਸਨ। ਹੁਣ ਵੋਟਾਂ ਤੋਂ ਕੁਝ ਦਿਨਾਂ ਪਹਿਲੇ ਇਹ ਸਭ ਕਰਨਾ ਰਾਜਨੀਤਿਕ ਚਾਲ ਹੀ ਨਜ਼ਰ ਆਉਂਦਾ ਹੈ। ਲੋਕਾਂ ਵਿੱਚ ਦੱਸਣ ਲਈ, ਕਹਿਣ ਲਈ ਜਾਂ ਕਹੋ ਬਦਨਾਮ ਕਰਨ ਲਈ। ਨਤੀਜਾ ਅਦਾਲਤਾਂ ਵਿੱਚ ਅਗਾਊਂ ਜ਼ਮਾਨਤਾਂ 'ਤੇ ਜਾ ਕੇ ਖਤਮ ਹੋ ਜਾਣਾ ਹੈ। ਇਹ ਸਭ ਨੂੰ ਪਤਾ ਹੀ ਹੈ। ਅਗਲੀ ਵੱਡੀ ਖਬਰ ਪੰਜਾਬ ਵਿੱਚ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਨੇਤਾਵਾਂ ਦਾ ਆਪਣਾ ਰਾਜਨੀਤਿਕ ਸਫ਼ਰ ਹੁਣ ਸ਼ੁਰੂ ਹੋ ਗਿਆ ਹੈ। ਇਸ ਦੀ ਪਹਿਲੀ ਕੜੀ ਵਿੱਚ ਗੁਰਨਾਮ ਸਿੰਘ ਚੜੂੰਨੀ ਨੇ ਪੰਜਾਬ ਵਿੱਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਅੰਦੋਲਨ ਦਾ ਚਿਹਰਾ ਰਹੇ ਨੇਤਾ ਹੁਣ ਇੱਕ ਦੂਜੇ ਉੱਪਰ ਚਿੱਕੜ ਸੁੱਟਣ 'ਤੇ ਉਤਾਰੂ ਹੋ ਗਏ ਹਨ, ਪਰ ਇਸੇ ਬਹਾਨੇ ਹੀ ਉਹ ਇੱਕ ਦੂਜੇ ਦੀਆਂ ਪਰਤਾਂ ਖੋਲ੍ਹ ਰਹੇ ਹਨ। ਪਿੱਛੋਂ ਕੀ ਹੋ ਰਿਹਾ ਸੀ ਅੰਦੋਲਨ ਵਿੱਚ, ਇਹ ਹੁਣ ਸਮਝ ਆ ਜਾਵੇਗਾ। ਡੱਲੇਵਾਲ ਸਾਹਿਬ ਦੇ ਮੈਂ ਕਮੈਂਟਰੀ ਕਰਨਾ, ਉਹ ਆਰਐਸਐਸ ਨਾਲ ਸੰਬੰਧ ਰੱਖਦੇ ਨੇ। ਉਹ ਸਾਹਿਬ ਆਰਐਸਐਸ ਨਾਲ ਸੰਬੰਧ ਰੱਖਦੇ, ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਕਿਸਾਨ ਮਹਾਸੰਘ ਦੇ ਵਾਈਸ ਪ੍ਰੈਜ਼ੀਡੈਂਟ ਨੇ। ਇਹ ਇਲਜ਼ਾਮ ਆ ਜਿਹੜੇ ਬੇਬੁਨਿਆਦ ਇਲਜ਼ਾਮ ਲਾਉਣੇ ਵਾਜਬ ਨਹੀਂ ਹੈ। ਪਹਿਲੀ ਤਾਂ ਗੱਲ ਹੈ ਕਿ ਜਿਹੜਾ ਇਲਜ਼ਾਮ ਲਾਇਆ ਗਿਆ ਕਿ ਜੀ ਇਹ ਆਰਐਸਐਸ ਦਾ ਬੰਦਾ ਹੈ, ਮੈਂ ਇਹ ਪੁੱਛਣਾ ਚਾਹੁੰਦਾ ਸ਼੍ਰੀਮਾਨ ਬਲਵੀਰ ਸਿੰਘ ਰਾਜੇਵਾਲ ਜੀ ਤੋਂ ਕਿ ਯਾਰ ਜਿਹੜੇ ਸੰਗਠਨ ਦਾ ਤੁਸੀਂ ਨਾਂ ਲੈ ਰਹੇ ਹੋ, ਰਾਸ਼ਟਰੀ ਕਿਸਾਨ ਮਹਾਸੰਘ, ਜਿਹਦਾ ਮੈਨੂੰ ਇਹ ਮੀਤ ਪ੍ਰਧਾਨ ਦੀ ਗੱਲ ਕਹਿ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਦਾ ਪਹਿਲੀ ਤਾਂ ਗੱਲ ਉਹਦੇ 'ਚ ਕੋਈ ਪ੍ਰੈਜ਼ੀਡੈਂਟ ਬਣਾਇਆ ਹੀ ਨਹੀਂ। ਉਹ ਜਿਸ ਵੇਲੇ ਪੂਸਾ ਯੂਨੀਵਰਸਿਟੀ ਦੇ ਵਿੱਚ ਉਹ ਬਣਿਆ ਹੈ, ਜਿਸ ਵੇਲੇ ਉਹਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ, ਰਾਜੇਵਾਲ ਸਾਹਿਬ ਉਹਦੇ ਉਸ ਵੇਲੇ ਦੇ ਫਾਊਂਡਰ ਮੈਂਬਰ ਨੇ।
ਤੋਂ ਇਹ ਪਤਾ ਨਹੀਂ ਕਿੱਧਰੋਂ ਗੱਲ ਆ ਗਈ ਵੀ ਡੱਲੇਵਾਲ ਉਹਦਾ, ਤੇ ਜੇ ਤੁਸੀਂ ਫਾਊਂਡਰ ਮੈਂਬਰ ਹੋ ਤੇ ਇਹਦਾ ਮਤਲਬ ਜੇ ਡੱਲੇਵਾਲ ਉਹਦਾ ਮਗਰੋਂ ਆ ਕੇ, ਮੈਂ ਤਾਂ ਉਹਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ, ਮਗਰੋਂ ਆ ਕੇ ਜ਼ਿੰਮੇਵਾਰੀ ਸੰਭਾਲੀ ਆਪਦੇ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਉੱਤੇ ਮੈਂ ਜਾ ਕੇ ਵਰਕ ਕਰਨਾ ਸ਼ੁਰੂ ਕੀਤਾ। ਤੇ ਜੇ ਡੱਲੇਵਾਲ ਮਗਰੋਂ ਆ ਕੇ ਉਹਦਾ RSS ਦਾ ਬੰਦਾ ਹੈ ਤਾਂ ਫਿਰ ਉਹ ਜੇ ਸਾਰਾ 182 ਜਥੇਬੰਦੀਆਂ ਦਾ ਸੰਘ ਆ ਜਿਹੜਾ ਇੱਕ ਫੈਡਰੇਸ਼ਨ ਹੈ ਜਿਹੜੀ, ਜੇ ਉਹ ਸਾਰੀ ਦੀ ਸਾਰੀ RSS ਹੈ ਤਾਂ ਫਿਰ ਰਾਜੇਵਾਲ ਸਾਹਿਬ ਕਿੱਧਰੋਂ ਆਪਣੇ ਆਪ ਨੂੰ ਕਿਵੇਂ ਸਾਫ਼ ਕਰਨਗੇ? ਉਹ ਵੀ ਤਾਂ ਉਹੀ ਕੁਛ ਨੇ। ਪਿਛਲੇ ਕੁਝ ਦਿਨਾਂ ਬਾਅਦ ਹੀ ਬਲਬੀਰ ਸਿੰਘ ਰਾਜੇਵਾਲ ਦੇ ਗਰੁੱਪ ਨੇ ਵੀ ਆਪਣਾ ਅੱਗੇ ਦਾ ਰਸਤਾ ਤੈਅ ਕਰ ਲਿਆ। ਉਹਨਾਂ ਦੱਸਿਆ ਕਿ ਹੁਣ ਉਹ ਵੀ ਰਾਜਨੀਤੀ ਵਿੱਚ ਕਦਮ ਰੱਖ ਰਹੇ ਹਨ। ਸੁਣੋ ਉਹ ਕੀ ਦੱਸ ਰਹੇ ਹਨ। ਇਸ ਲਈ ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਵੀ ਫੈਸਲਾ ਲਓ, ਫੈਸਲਾ ਲਓ। ਤੋ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ। ਕਹਿੰਦੇ ਨੇ ਸਮਾਂ ਬੜਾ ਬਲਵਾਨ ਹੁੰਦਾ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਹੁਣ ਉਹ ਹੌਲੀ-ਹੌਲੀ ਲੋਕਾਂ ਸਾਹਮਣੇ ਆ ਜਾਵੇਗਾ। ਇਹ ਕਿਸਾਨ ਦੇ ਨੇਤਾ ਅਖਵਾਉਣ ਵਾਲੇ ਵੱਡੇ ਲੀਡਰ ਪਿੱਛੋਂ ਕਿਹੜੀਆਂ ਪਾਰਟੀਆਂ ਨਾਲ ਤਾਲੁਕ ਰੱਖਦੇ ਸਨ ਜਾਂ ਕਿਹਨਾਂ ਦੀਆਂ ਚਾਲਾਂ ਦਾ ਮੋਹਰਾ ਬਣੇ ਹੋਏ ਸਨ, ਲੋਕਾਂ ਨੂੰ ਪਤਾ ਲੱਗ ਜਾਵੇਗਾ। ਅਤੇ ਕਿੰਨਾ ਕੁ ਜਨ ਸਮਰਥਨ ਸੀ ਇਸ ਦਾ ਵੀ ਸਪਸ਼ਟ ਪਤਾ ਚੱਲ ਜਾਵੇਗਾ। ਪਿਛਲੇ ਦਿਨੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਅਦਬੀ ਕਰਨ ਵਾਲੇ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਭ ਤੋਂ ਦੁਖਦਾਈ ਅਤੇ ਖਤਰਨਾਕ ਗੱਲ ਇਹ ਹੈ ਕਿ ਇਹ ਹੁਣ ਆਤਮਘਾਤੀ ਹੋ ਕੇ ਇਹ ਕੰਮ ਕਰਨ ਲੱਗ ਪਏ ਹਨ। ਇਸ ਦੌਰਾਨ ਇੱਕ ਅਤੀ ਦੁਖਦਾਈ ਅਤੇ ਸ਼ਰਮਨਾਕ ਘਟਨਾ ਵੀ ਹੋਈ। ਕਪੂਰਥਲਾ ਵਿਖੇ ਇੱਕ ਪਾਗਲ ਲੱਗਣ ਵਾਲੇ ਜਾਂ ਕਹੋ ਮਾਨਸਿਕ ਰੋਗੀ ਨੂੰ ਬੇਅਦਬੀ ਦੇ ਦੋਸ਼ ਵਿੱਚ ਭੀੜ ਵੱਲੋਂ ਫੜ ਕੇ ਬੁਰੀ ਤਰ੍ਹਾਂ ਮਾਰ ਕੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਸਭ ਕਾਰਵਾਈ ਪਿੱਛੇ ਗੁਰਦੁਆਰੇ ਦੇ ਗ੍ਰੰਥੀ ਦਾ ਹੱਥ ਲੱਗਦਾ ਸੀ। ਕੁਝ ਕਰਕੇ ਦਿਖਾਓ। ਜੋ ਖੁਦ ਕਿਸੇ ਵੇਲੇ ਇਨੋਵਾ ਚੋਰੀ ਦੇ ਕੇਸ ਵਿੱਚ ਨਾਮਜ਼ਦ ਰਿਹਾ ਸੀ। ਉਹਨੇ ਭੀੜ ਨੂੰ ਉਕਸਾ ਕੇ ਗੁਰਦੁਆਰੇ ਦੇ ਅੰਦਰ ਇਕੱਠਾ ਕਰ ਲਿਆ ਅਤੇ ਹਮਲੇ ਲਈ ਉਕਸਾਇਆ। ਅਗਲੀ ਖਬਰ ਲੁਧਿਆਣੇ ਕਚਹਿਰੀਆਂ ਵਿੱਚ ਹੋਏ ਬੰਬ ਵਿਸਫੋਟ ਦੀ ਹੈ। ਇਸ ਵਿੱਚ ਦੱਸਿਆ ਜਾਂਦਾ ਹੈ ਕਿ ਸ਼ੱਕੀ ਵਿਅਕਤੀ ਹੀ ਉਸ ਦਾ ਸ਼ਿਕਾਰ ਹੋ ਗਿਆ। ਕੁਝ ਲੋਕ ਜ਼ਖਮੀ ਹੋਏ ਸਨ। ਪੁਲਿਸ ਦੀ ਤਫਤੀਸ਼ ਵਿੱਚ ਜੋ ਸਾਹਮਣੇ ਨਿਕਲ ਕੇ ਆਇਆ ਹੈ ਉਸ ਬਾਰੇ ਪੁਲਿਸ ਅਫਸਰਾਂ ਨੇ ਦੱਸਿਆ। ਤੇ ਕਾਮਨ ਬਾਥਰੂਮ ਹੈ, ਨਾਲ ਰਿਕਾਰਡ ਰੂਮ ਹੈਗਾ ਜਿਹੜਾ ਪਬਲਿਕ ਵਾਸਤੇ ਹੈ। ਉੱਥੇ ਲਾਸਟ ਟਾਈਮ ਆਵਾਜ਼ ਆਈ ਸਾਨੂੰ, ਉਹ ਅਸੀਂ ਸਾਰਾ ਸੀਨ ਜਿਹੜਾ ਇਹਨੂੰ ਸਿਕਿਉਰ ਕਰ ਲਿਆ ਔਰ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਦੇਖੋ ਕਹਿਣਾ ਬਹੁਤ ਔਖਾ ਹੈ ਕਿਉਂਕਿ ਸਾਇੰਟੀਫਿਕ ਚੀਜ਼ ਹੁੰਦੀ ਹੈ, ਸਾਰਾ ਐਗਜ਼ਾਮੀਨੇਸ਼ਨ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾਊਗਾ। Way back in 2019, this was FIR number 75 dated 11th of August 2019 under the NDPS Act. The STF under the leadership of Mr. Harpreet Sidhu, additional DG, arrested him, Gagandeep Singh। ਉਸ ਇਹ ਥਾਣਾ ਸਦਰ ਦਾ ਮੁਨਸ਼ੀ ਹੁੰਦਾ ਸੀ। 385 ਗ੍ਰਾਮ ਹੈਰੋਇਨ ਇਹਦੇ ਕੋਲੋਂ ਮਿਲਿਆ। ਇਹਦੇ ਨਾਲ ਸਾਥੀ ਸੀ ਇਹਦੇ ਅਮਨਦੀਪ ਐਂਡ ਵਿਕਾਸ, ਜਿਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਹੋਰ ਮਿਲਿਆ ਸੀ। 2 ਸਾਲ ਜੇਲ੍ਹ ਤੇ ਰਹਿਣ ਤੋਂ ਬਾਅਦ ਗਗਨਦੀਪ ਨੂੰ ਬੇਲ ਹੋਇਆ। ਇਹਦੇ ਟ੍ਰਾਇਲ ਚੱਲ ਰਹੇ ਸੀ, ਬਲਕਿ 24 ਤਰੀਕ ਟ੍ਰਾਇਲ ਸੀ ਤੇ ਅਗਲਾ ਤਰੀਕ 3/2/2022 ਸੀ, ਫਰਵਰੀ 'ਚ। It is expected that most probably ਜੇਲ੍ਹ ਦੇ ਵਿੱਚ ਇਹਦੇ ਜਿਨ੍ਹਾਂ ਨਾਲ ਤਾਲਮੇਲ ਹੋਇਆ, he transitioned from just narcotics to mafia to drugs. Now this is a very dangerous combination ਜਿਹੜਾ ਸਾਹਮਣੇ ਸਾਡੇ ਆਇਆ। This is going to be a very major challenge for us. ਆਖਿਰ ਇਹ ਸਮਝਣ ਦੀ ਲੋੜ ਹੈ ਕਿ ਪਿਛਲੀਆਂ ਚੋਣਾਂ ਵੇਲੇ ਵੀ ਮੋੜ ਮੰਡੀ ਵਿਸਫੋਟ ਹੋਇਆ ਸੀ। ਉਦੋਂ ਵੀ ਹੁਣ ਵਾਂਗ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਸਨ।
ਉਹਨਾਂ ਘਟਨਾਵਾਂ ਦਾ ਨਜ਼ਲਾ ਤਾਂ ਸਿੱਧੇ ਤੌਰ 'ਤੇ ਸਿਰਸੇ ਵਾਲੇ ਸਾਧ ਦੇ ਉੱਪਰ ਸੁੱਟ ਦਿੱਤਾ ਗਿਆ ਸੀ। ਹੁਣ ਹਾਲੇ ਉਡੀਕ ਹੈ ਕਿ ਇਸ ਵਿੱਚ ਪਾਕਿਸਤਾਨ ਦੀ ISI ਜਾਂ ਫਿਰ ਕਿਸੇ ਹੋਰ ਦਾ ਨਾਂ ਦਿੱਤਾ ਜਾਂਦਾ ਹੈ। ਵੋਟਾਂ ਪਾਉਣ ਵੇਲੇ ਉਹਨਾਂ ਸਰਕਾਰਾਂ ਦੇ ਨਿਕੰਮੇਪਨ ਨੂੰ ਯਾਦ ਰੱਖਣ ਦੀ ਲੋੜ ਹੈ, ਪਰ ਇਹ ਵੀ ਦਿਮਾਗ ਵਿੱਚ ਰੱਖਣ ਅਤੇ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਪਿਛਲੀ ਵਾਰ ਵਾਂਗੂ ਕੋਈ ਤੀਜੀ ਧਿਰ ਤਾਂ ਇਸ ਦਾ ਫਾਇਦਾ ਚੁੱਕਣ ਦੀ ਹੋੜ ਵਿੱਚ ਨਹੀਂ ਹੈ। ਕੁਝ ਇਸ਼ਾਰਾ ਸਮਝੇ। ਰਾਜਨੀਤਿਕ ਸ਼ਾਸਤਰ ਵਿੱਚ ਇਸ ਨੂੰ ਪਰਸੈਪਸ਼ਨ ਬਣਾਉਣਾ ਕਹਿੰਦੇ ਹਨ। ਬਾਕੀ ਫੇਲ ਤਾਂ ਪਰਖਣ ਲਈ ਬਚਿਆ ਕੌਣ? ਸੋਚੋ। ਸ਼ਾਇਦ ਕੁਝ ਰਾਜਨੀਤੀ ਦੀ ਡੂੰਘੀ ਨਬਜ਼ ਪਹਿਚਾਣ ਸਕੋ। ਧੰਨਵਾਦ।